ਅਕਾਲ ਪਿਆਰੇ ਵਿਦਿਆਰਥੀਓ। ਪਿਆਰੇ ਬੱਚੋ, ਅੱਜ ਜਿਹੜੀ ਅਸੀਂ ਤੁਹਾਡੇ ਨਾਲ ਪਾਠ ਨੰਬਰ 2 ਮੋਤੀ 7ਵੀਂ ਕਲਾਸ ਦਾ ਜਿਹੜਾ ਬੇਟਾ ਇਹ ਪਾਠ ਆ ਮੋਤੀ, ਇਹ ਪਾਠ ਦੇ ਜਿਹੜੇ ਪ੍ਰਸ਼ਨ ਉੱਤਰ ਨੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਸੋ ਬੇਟਾ ਜਿਹੜਾ ਇਹ ਮੋਤੀ ਹੈ ਇੱਕ ਛੋਟੇ ਜਿਹੇ ਪਿਆਰੇ ਜਿਹੇ ਇੱਕ ਡੌਗੀ ਦੀ ਕਹਾਣੀ ਆ, ਜਿਹਨੂੰ ਇਸ ਕਹਾਣੀ ਦਾ ਜਿਹੜਾ ਲੇਖਕ ਆ ਪਾਤਰ ਆ ਉਹ ਆਪਣੇ ਡੈਡੀ ਨਾਲ ਜਾਂਦਾ, ਉੱਥੋਂ ਇੱਕ ਬੰਗਾਲੀ ਦੋਸਤ ਤੋਂ ਲੈ ਕੇ ਆਉਂਦਾ ਅਤੇ ਕੁਛ ਟਾਈਮ ਖੇਡਦਾ ਅਤੇ ਉਹਦਾ ਦਿਲ ਲੱਗ ਜਾਂਦਾ ਅਤੇ ਮੋਤੀ ਫਿਰ ਉਹਨਾਂ ਦੇ ਘਰ ਆਉਂਦਾ। ਲਿਖ ਕੇ ਘਰ ਆ ਕੇ ਕੁਛ ਦਿਨ ਉਹ ਥੋੜ੍ਹਾ ਉੱਪਰਾ ਮਹਿਸੂਸ ਕਰਦਾ, ਪਰ ਹੌਲੀ ਹੌਲੀ ਫਿਰ ਜਿਹੜਾ ਉਹ ਲੇਖਕ ਆ ਉਹਦੇ ਪਿਤਾ ਨਾਲ ਵੀ ਘੁਲ ਮਿਲ ਜਾਂਦਾ ਅਤੇ ਉਹ ਬੜਾ ਆਗਿਆਕਾਰੀ ਜਿਹੜਾ ਡੌਗੀ ਆ। ਅਤੇ ਉਸ ਮੋਤੀ ਨਾਮ ਦੇ ਕੁੱਤੇ ਨੂੰ ਬਹੁਤ ਸਾਰੇ ਲੋਕ ਜਿਹੜੇ ਉਹਨੂੰ ਪਿਆਰ ਕਰਦੇ ਨੇ। ਇਹਦੇ ਵਿੱਚ ਇੱਕ ਮੇਮ ਸਾਹਿਬ ਆ, ਉਹ ਉਹਨੂੰ ਲੈਣਾ ਚਾਹੁੰਦੀ ਆ ਡੌਗੀ ਨੂੰ, ਅਤੇ ਇਹਦੇ ਵਿੱਚ ਘਟਨਾਵਾਂ ਜੁੜੀਆਂ ਹੋਈਆਂ ਨੇ ਛੋਟੀਆਂ ਛੋਟੀਆਂ। ਲੇਖਕ ਇੱਕ ਦਿਨ ਸਕੂਲ 'ਚ ਜਾਂਦਾ, ਉੱਥੇ ਉਹ ਮੋਤੀ ਉਹਦੇ ਪਿੱਛੇ ਚਲਾ ਜਾਂਦਾ ਅਤੇ ਜਦੋਂ ਟੀਚਰ ਉਹਨੂੰ ਕਲਾਸ ਦੇ ਵਿੱਚ ਪੜ੍ਹਾਉਂਦੇ ਨੇ ਉਹ ਲੇਖਕ ਨੂੰ, ਤਾਂ ਜਿਹੜਾ ਮੋਤੀ ਆ ਉਹਦੇ ਟੇਬਲ ਦੇ ਨੀਚੇ ਬੈਠਾ ਹੁੰਦਾ ਅਤੇ ਫਿਰ ਜਦੋਂ ਟੀਚਰ ਆ ਕੇ ਉਹਨੂੰ ਘੂਰਦੇ ਨੇ ਕਿ ਚੱਲ ਬਾਹਰ, ਤਾਂ ਉਹ ਟੀਚਰ ਨੂੰ ਦੰਦ ਦਿਖਾਉਂਦਾ, ਮਤਲਬ ਘੂਰਦਾ, ਅਤੇ ਟੀਚਰ ਥੋੜ੍ਹਾ ਹਟ ਕੇ ਪਿੱਛੇ ਹਟ ਜਾਂਦੇ ਨੇ ਅਤੇ ਫਿਰ ਲੇਖਕ ਉਹਨੂੰ ਘਰ ਛੱਡ ਕੇ ਜਾਂਦਾ ਅਤੇ ਫਿਰ ਲੇਖਕ ਦੀ ਚੰਗੀ ਆਓ ਭਗਤ ਕਰਦੇ ਨੇ ਅਧਿਆਪਕ। ਘੂਰ ਘੱਪਾ ਯਾਦ ਰਹਿੰਦਾ ਲੇਖਕ ਨੂੰ ਕਿ ਇਹਦੇ ਕਰਕੇ ਮੈਂ ਘੂਰ ਵੀ ਸਹੀ। ਅਤੇ ਫਿਰ ਇੱਕ ਵਾਰ ਦੀ ਘਟਨਾ ਹੁੰਦੀ ਹੈ ਕਿ ਇੱਕ ਵਾਰ ਜਿਹੜਾ ਮੋਤੀ ਆ ਅਤੇ ਲੇਖਕ ਉਹਦੇ ਪਿਤਾ ਜੀ ਕਿਤੇ ਯਾਤਰਾ 'ਤੇ ਜਾਂਦੇ ਨੇ ਜਹਾਜ਼ ਦੇ ਵਿੱਚ। ਜਿਹੜਾ ਮੋਤੀ ਆ ਉਹ ਥੋੜ੍ਹਾ ਕਿਨਾਰੇ 'ਤੇ ਰਹਿ ਜਾਂਦਾ ਅਤੇ ਜਹਾਜ਼ ਤੁਰ ਪੈਂਦਾ ਅਤੇ ਪਿਤਾ ਜੀ ਨੂੰ ਤੈਰਨਾ ਨਹੀਂ ਆਉਂਦਾ, ਛਾਲ ਮਾਰ ਕੇ ਮੋਤੀ ਨੂੰ ਲੈ ਕੇ ਆਉਂਦੇ ਨੇ ਜਹਾਜ਼ ਦੇ ਵਿੱਚ। ਅਤੇ ਇਹ ਵੀ ਇੱਕ ਘਟਨਾ ਸੀਗੀ। ਅਤੇ ਉਹਦੇ ਵਿੱਚ ਬੇਟਾ ਆਖਰ ਦੇ ਵਿੱਚ ਜਦੋਂ ਲੇਖਕ ਆ ਜਿੱਥੇ ਇਹ ਰਹਿੰਦੇ ਨੇ ਉੱਥੋਂ ਫਿਰ ਕਲਕੱਤੇ ਤੋਂ ਜਦੋਂ ਵਾਪਸ ਇਹ ਆਪਣੇ ਪੰਜਾਬ ਵੱਲ ਪਰਤਦੇ ਨੇ ਅਤੇ ਮੋਤੀ ਉੱਥੇ ਹੀ ਰਹਿ ਜਾਂਦਾ ਅਤੇ ਕਿੰਨੇ ਦਿਨ ਮੋਤੀ ਉਹਨਾਂ ਦੇ ਘਰ ਦੇ ਬਾਹਰ ਜਿੱਥੋਂ ਮਕਾਨ ਵੇਚ ਕੇ ਆ ਜਾਂਦੇ ਨੇ ਉੱਥੇ ਬੈਠਾ ਰਹਿੰਦਾ। ਅਤੇ ਮੋਤੀ ਦੇਖੋ ਬੇਟਾ ਉਹਨਾਂ ਦੀ ਕਾਰ ਦਾ ਪਿੱਛਾ ਕਰਦਾ ਕਰਦਾ ਰੇਲਵੇ ਸਟੇਸ਼ਨ ਤੱਕ ਵੀ ਪਹੁੰਚਦਾ ਅਤੇ ਟ੍ਰੇਨ ਤੁਰ ਪੈਂਦੀ ਆ। ਲੇਖਕ ਸੋਚਦਾ ਕਿ ਮੈਂ ਸ਼ਾਇਦ ਉਹਨੂੰ ਭੱਜ ਕੇ ਚੱਕ ਲਵਾਂ, ਬਟ ਮੋਤੀ ਉਸੇ ਥਾਂ ਤੋਂ ਸਟੇਸ਼ਨ ਤੋਂ ਫਿਰ ਵਾਪਸ ਘਰ ਪਰਤ ਜਾਂਦਾ ਅਤੇ ਕਿੰਨੇ ਦਿਨ ਹੀ ਉੱਥੇ ਭੁੱਖਣ ਭਾਣਾ ਉਸ ਘਰ ਦੇ ਬਾਹਰ ਬੈਠਾ ਰਹਿੰਦਾ। ਅਤੇ ਉੱਥੋਂ ਦੇ ਜਿਹੜੇ ਉਸ ਘਰ ਦੇ ਵਿੱਚ ਰਹਿਣ ਵਾਲੇ ਮਾਲਕ ਨੇ ਉਹ ਦੱਸਦੇ ਨੇ, ਭਾਈ ਤੁਹਾਡਾ ਜਿਹੜਾ ਇੱਕ ਡੌਗੀ ਹੈ ਇੱਥੇ ਸਾਡੇ ਬਾਰ ਦੇ ਬੂਹੇ ਅੱਗੇ ਬੈਠਾ ਰਹਿੰਦਾ। ਅਤੇ ਫਿਰ ਕਿੰਨੇ ਦਿਨ ਉਹ ਉੱਥੋਂ ਜਾਇਆ ਕਰਦੇ ਸ਼ਾਮ ਨੂੰ, ਇੰਝ ਲੱਗਦਾ ਸੀ ਕਿ ਕਿਤੇ ਉਹ ਸਟੇਸ਼ਨ 'ਤੇ ਲੇਖਕ ਨੂੰ ਦੇਖ ਕੇ ਆਉਂਦਾ। ਅਤੇ ਫਿਰ ਲੇਖਕ ਨੂੰ ਜਦੋਂ ਉੱਥੋਂ ਪਤਾ ਮਿਲਦਾ ਕਿ ਹੁਣ ਮੋਤੀ ਵਾਪਸ ਨਹੀਂ ਆਇਆ। ਸੋ ਇੱਕ ਬੜੀ ਦਿਲ ਨੂੰ ਟੁੰਬਣ ਵਾਲੀ ਕਹਾਣੀ ਹੈ ਮੋਤੀ। ਸੋ ਆਓ ਪੜ੍ਹਦੇ ਹਾਂ ਬੇਟਾ ਤੁਹਾਡਾ ਪਾਠ ਨੰਬਰ 2 ਮੋਤੀ। ਲੇਖਕ ਪ੍ਰਿੰਸੀਪਲ ਸੁਜਾਨ ਸਿੰਘ, ਇਹਨਾਂ ਦਾ ਲਿਖਿਆ ਹੋਇਆ ਇਹ ਲੇਖ ਕਹਿ ਲਓ, ਕਹਾਣੀ ਕਹਿ ਲਓ, ਇੱਕ ਭਾਵਨਾਤਮਕ ਲੇਖ ਆ ਬੇਟਾ। ਇਹਦੇ ਵਿੱਚ ਅਸੀਂ ਆਓ ਗੱਲ ਕਰਦੇ ਹਾਂ, ਇਸ ਕਹਾਣੀ ਵਿਚਲੇ ਲੜਕੇ ਨੂੰ ਮੋਤੀ ਕਿੱਥੋਂ ਤੇ ਕਿਵੇਂ ਮਿਲਿਆ। ਉੱਤਰ ਹੈ, ਇਸ ਕਹਾਣੀ ਵਿਚਲੇ ਲੜਕੇ ਨੂੰ ਮੋਤੀ ਆਪਣੇ ਪਿਤਾ ਦੇ ਬੰਗਾਲੀ ਦੋਸਤ ਕੋਲੋਂ ਮਿਲਿਆ ਸੀ। ਲੜਕੇ ਦਾ ਮੋਤੀ ਨਾਲ ਪਿਆਰ ਦੇਖ ਕੇ ਪਿਤਾ ਦੇ ਦੋਸਤ ਨੇ ਉਸ ਦੀ ਸੰਗਲੀ ਲੜਕੇ ਨੂੰ ਫੜਾ ਦਿੱਤੀ। ਹੁਣ ਜਿਹੜਾ ਇਹ ਮੋਤੀ ਹੈ ਬੇਟਾ, ਜਦੋਂ ਲੇਖਕ ਆਪਣੇ ਪਿਤਾ ਨਾਲ ਉਹਨਾਂ ਦੇ ਬੰਗਾਲੀ ਦੋਸਤ ਕੋਲ, ਉਹਨਾਂ ਦੇ ਪਿਤਾ ਦੇ ਬੰਗਾਲੀ ਦੋਸਤ ਕੋਲ ਜਾਂਦੇ ਨੇ, ਉਹਨਾਂ ਦੇ ਘਰ ਇਹ ਛੋਟਾ ਜਿਹਾ ਡੌਗੀ ਆ ਅਤੇ ਲੇਖਕ ਉਹਦੇ ਨਾਲ ਖੇਡਦਾ ਅਤੇ ਇੰਨਾ ਘੁਲ ਮਿਲ ਜਾਂਦਾ। ਜਦੋਂ ਤੁਰਨ ਲੱਗਦੇ ਨੇ ਅਤੇ ਲੇਖਕ ਕਹਿੰਦਾ, ਡੈਡੀ ਮੈਂ ਨਹੀਂ ਜਾਣਾ, ਮੈਨੂੰ ਡੌਗੀ ਚਾਹੀਦਾ। ਅਤੇ ਜਿਹੜਾ ਉਹ ਬੰਗਾਲੀ ਮਿੱਤਰ ਹੁੰਦਾ ਉਹਨਾਂ ਦੇ ਪਿਤਾ ਦਾ, ਉਹ ਸਮਝ ਜਾਂਦਾ ਕਿ ਬੱਚੇ ਨੂੰ ਅੱਛਾ ਲੱਗ ਰਿਹਾ ਅਤੇ ਉਹ ਬੇਝਿਜਕ ਬਿਨਾਂ ਸੋਚੇ ਸਮਝੇ ਉਹਦੀ ਸੰਗਲੀ ਹੈ ਜਿਹੜੀ ਮੋਤੀ ਦੀ ਉਸ ਬੱਚੇ ਨੂੰ ਦੇ ਦਿੰਦਾ, ਲੇਖਕ ਨੂੰ ਦੇ ਦਿੰਦਾ। ਇਸ ਤਰ੍ਹਾਂ ਜਿਹੜਾ ਆਪਣੇ ਪਿਤਾ ਦੇ ਬੰਗਾਲੀ ਦੋਸਤ ਕੋਲੋਂ ਲੇਖਕ ਨੂੰ ਇਹ ਜਿਹੜਾ ਮੋਤੀ ਨਾਮ ਦਾ ਛੋਟਾ ਜਿਹਾ ਪਿਆਰਾ ਜਿਹਾ ਕੁੱਤਾ ਮਿਲਦਾ ਹੈ। ਪ੍ਰਸ਼ਨ ਨੰਬਰ ਐੜਾ, ਮੋਤੀ ਹੈਰਾਨ ਕਿਉਂ ਸੀ। ਉੱਤਰ ਹੈ, ਮੋਤੀ ਹੈਰਾਨ ਇਸ ਕਰਕੇ ਸੀ ਕਿਉਂਕਿ ਉਸ ਦੇ ਮਾਲਕ ਨੇ ਉਸ ਦੀ ਸੰਗਲੀ ਇੱਕ ਨਿੱਕੇ ਜਿਹੇ ਲੜਕੇ ਨੂੰ ਫੜਾ ਕੇ ਉਸ ਨੂੰ ਉਸ ਦੇ ਨਾਲ ਜਾਣ ਲਈ ਕਿਹਾ ਸੀ। ਹੁਣ ਡੌਗੀ ਦੇਖਦਾ ਕਿ ਮੈਂ ਪਹਿਲਾਂ ਆਪਣੇ ਮਾਲਕ ਕੋਲੇ, ਮਤਲਬ ਉਹ ਬੰਗਾਲੀ ਮਾਲਕ ਕੋਲੇ ਖੇਡ ਰਿਹਾ ਅਤੇ ਕੁਛ ਟਾਈਮ ਮੈਂ ਖੇਡਿਆ ਅਤੇ ਮੇਰੇ ਮਾਲਕ ਨੇ ਜਿਹੜੀ ਸੰਗਲੀ ਆ ਮੇਰੀ ਇਹਨੂੰ ਫੜਾਤੀ ਛੋਟੇ ਜਿਹੇ ਲੜਕੇ ਨੂੰ। ਇਹ ਦੇਖ ਕੇ ਜਿਹੜਾ ਮੋਤੀ ਆ ਉਹ ਹੈਰਾਨ ਹੁੰਦਾ। ਸੋ ਬੇਟਾ ਜਿਹੜੇ ਇਹ ਪ੍ਰਸ਼ਨ ਉੱਤਰ ਨੇ, ਕਈ ਵਾਰ ਬੱਚੇ ਗਾਈਡਸ 'ਚ ਯਾਦ ਕਰਦੇ ਨੇ, ਉੱਥੇ ਕੋਈ ਸਟੇਟਮੈਂਟ ਹੋਰ ਹੁੰਦੀ ਆ। ਹੁਣ ਹੈਰਾਨੀ ਬੇਟਾ ਇੱਥੇ ਇਹ ਵੀ ਹੁੰਦੀ ਹੈ ਵੀ ਜਦੋਂ ਉਹ ਮੋਤੀ
ਆਪਦੇ ਮਾਲਕ ਦੇ ਘਰੋਂ ਉਸ ਲੜਕੇ ਦੇ ਲੇਖਕ ਦੇ ਘਰ ਆਉਂਦਾ ਤਾਂ ਉਹਨੂੰ ਹੈਰਾਨੀ ਵੀ ਹੋਈ ਹੋਊ, ਆਪਣੀ ਮਾਂ ਤੋਂ ਦੂਰ ਆ ਗਿਆ, ਨਵੇਂ ਘਰ 'ਚ ਆ ਗਿਆ। ਇਹ ਪ੍ਰਸ਼ਨ ਵੀ ਕਿਤੇ ਹੋ ਸਕਦਾ, ਬਟ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਹ ਪਾਠ ਦੇ ਸੰਬੰਧ ਵਿੱਚ ਬਿਲਕੁਲ ਪੁਖਤਾ ਹੈ, ਸੱਚੀ ਹੈ, ਠੀਕ ਹੈ, ਸਹੀ ਹੈ। ਪ੍ਰਸ਼ਨ ਨੰਬਰ 80, ਮੋਤੀ ਕਾਰਨ ਲੜਕੇ ਨਾਲ ਸਕੂਲ ਵਿੱਚ ਕਿਹੜੀ ਘਟਨਾ ਵਾਪਰੀ? ਮੈਂ ਹੁਣ ਉੱਪਰ ਵੀ ਦੱਸੀ ਸੀ ਬੇਟਾ, ਆਓ ਪੜ੍ਹਦੇ ਹਾਂ। ਸਕੂਲ ਵਿੱਚ ਮੋਤੀ ਵੱਲੋਂ ਮਾਸਟਰ ਜੀ ਨੂੰ ਘੂਰਨ ਕਰਕੇ, ਮਤਲਬ ਉਹਨੇ ਦੰਦ ਦਿਖਾਏ ਜਦੋਂ ਮਾਸਟਰ ਜੀ ਨੂੰ ਮਾਰਨ ਗਏ ਕਲਾਸ 'ਚ ਬੈਠੇ ਨੂੰ, ਮਾਸਟਰ ਜੀ ਨੂੰ ਘੂਰਨ ਕਾਰਨ ਲੜਕੇ ਨੂੰ ਉਸ ਕੋਲੋਂ ਚਪੇੜਾਂ ਖਾਣੀਆਂ ਪਈਆਂ, ਜਿਸ ਨੂੰ ਮਾਸਟਰ ਜੀ ਸੇਵੀਆਂ ਦਾ ਪ੍ਰਸਾਦ ਕਹਿੰਦੇ ਸਨ। ਹੁਣ ਵੀ ਉਹਦੇ ਕਰਕੇ ਨਾ, ਮਤਲਬ ਮੋਤੀ ਕਰਕੇ, ਇੱਕ ਦਿਨ ਜਦੋਂ ਉਹ ਕਲਾਸ 'ਚ ਚਲਾ ਜਾਂਦਾ ਲੇਖਕ ਦੇ ਨਾਲ, ਤੇ ਟੀਚਰ ਜਿਹੜੇ ਉਹ ਕਹਿੰਦੇ ਵੀ ਇਹ ਕੌਣ ਲੈ ਕੇ ਆਇਆ ਡੋਗੀ ਨੂੰ, ਤੇ ਜਦੋਂ ਕਹਿੰਦਾ ਚੱਲ ਉਰੋਂ ਬਾਹਰ ਚੱਲ, ਤੇ ਉਹ ਘੂੰ ਘੂੰ ਕਰਕੇ ਉਹਨੂੰ ਦੰਦ ਦਿਖਾਉਂਦਾ। ਤੇ ਚਲੋ ਉਦੋਂ ਤਾਂ ਉਹ ਜਿਹੜਾ ਅਧਿਆਪਕ ਉਹਨੂੰ ਕਹਿੰਦਾ ਕਿ ਉਹਨੂੰ ਘਰ ਛੱਡ ਗਿਆ। ਤੇ ਜਦੋਂ ਲੇਖਕ ਦੁਬਾਰਾ ਉੱਥੇ ਆਉਂਦਾ ਹੈ ਕਲਾਸ ਦੇ ਵਿੱਚ, ਕਹਿੰਦਾ ਆ ਜਾ ਪੁੱਤਰ ਤੈਨੂੰ ਪ੍ਰਸ਼ਾਦ ਦਈਏ ਸੇਵੀਆਂ ਦਾ, ਉਹ ਹੁੰਦੇ ਸੀ ਥੱਪੜ। ਤੇ ਉਹ ਲੇਖਕ ਦੇ ਯਾਦ ਰਹਿੰਦਾ ਕਿ ਮੈਨੂੰ ਇਹਦੇ ਮੋਤੀ ਕਰਕੇ ਸਕੂਲ 'ਚੋਂ ਸੇਵੀਆਂ ਦਾ ਪ੍ਰਸ਼ਾਦ ਲੈਣਾ ਪਿਆ। ਪ੍ਰਸ਼ਨ ਨੰਬਰ 70, ਮੋਤੀ ਵਿੱਚ ਕਿਹੜੇ ਕਿਹੜੇ ਗੁਣ ਸਨ? ਹੁਣ ਜਿਹੜਾ ਮੋਤੀ ਆ ਬਹੁਤ ਪਿਆਰਾ ਡੋਗੀ ਆ, ਮਤਲਬ ਕਹਿਣੇ ਲੱਗਦਾ, ਆਖੇ ਲੱਗਦਾ। ਅਕਸਰ ਘਰਾਂ 'ਚ ਤੁਹਾਡੇ ਵੀ ਡੋਗੀ ਰੱਖੇ ਹੋਣਗੇ, ਤੁਹਾਡਾ ਆਪਦਾ ਜਿਹੜਾ ਪੱਪੀ ਆ ਡੋਗੀ ਆ ਉਹ ਤੁਹਾਡਾ ਕਹਿਣਾ ਮੰਨਦਾ ਵੀ ਉਰੇ ਆ, ਬਾਹਰ ਜਾ, ਉਹ ਚੀਜ਼ ਚੱਕ ਕੇ ਲਿਆ। ਬਹੁਤ ਸਾਰੇ ਇੱਦਾਂ ਦੇ ਸਿਆਣੇ ਡੋਗੀ ਵੀ ਹੁੰਦੇ ਨੇ। ਮੋਤੀ ਵਿੱਚ ਬਹੁਤ ਸਾਰੇ ਗੁਣ ਸਨ। ਉਹ ਘਰ ਦੀ ਰਾਖੀ ਕਰਦਾ ਸੀ, ਕੋਈ ਓਪਰਾ ਬੰਦਾ ਜਾਂ ਕੋਈ ਓਪਰਾ ਜੀਵ ਜੰਤੂ ਘਰੇ ਨਹੀਂ ਸੀ ਬਣਨ ਦਿੰਦਾ। ਦੂਰ ਸੁੱਟੀ ਚੀਜ਼ ਚੁੱਕ ਲਿਆਉਂਦਾ ਸੀ। ਤੁਸੀਂ ਦੇਖਿਆ ਹੋਊਗਾ ਅਕਸਰ ਕਈ ਘਰਾਂ ਦੇ ਡੋਗੀ ਜਿਵੇਂ ਗੇਂਦ ਸੁੱਟੋ ਚੱਕ ਕੇ ਤੁਹਾਡੇ ਕੋਲੇ ਲੈ ਕੇ ਆਉਂਦੇ ਨੇ, ਕੋਈ ਚੀਜ਼ ਤੁਸੀਂ ਹਵਾ ਦੇ ਵਿੱਚ ਫੈਂਕ ਦਿਓ ਤਾਂ ਉਹਨੂੰ ਚੁੱਕ ਕੇ ਤੁਹਾਡੇ ਕੋਲੇ ਲੈ ਕੇ ਆਉਣਗੇ। ਫਿਰ ਸਿਟ ਡਾਊਨ ਕਹਿਣ ਉੱਤੇ ਬੈਠ ਜਾਂਦਾ ਸੀ, ਜਿਹਨੂੰ ਕਹਿੰਦੇ ਮੋਤੀ ਸਿਟ ਡਾਊਨ, ਥੱਲੇ ਬੈਠ ਜਾਂਦਾ ਸੀ, ਜਿਵੇਂ ਸਿਆਣਾ ਬੱਚਾ ਆਪਣੀ ਗੱਲ ਮੰਨਦਾ। ਉਹ ਵਫਾਦਾਰ ਹੋਣ ਦੇ ਨਾਲ ਨਾਲ ਘਰ ਦੇ ਕੰਮਾਂ ਵਿੱਚ ਮਦਦ ਕਰਦਾ ਸੀ। ਹੁਣ ਉਹ ਵਫਾਦਾਰ ਵੀ ਸੀ, ਤੇ ਜਿਵੇਂ ਉਹਨਾਂ ਦੇ ਪਿਤਾ ਜੀ ਖੇਤ ਜਾਂਦੇ ਜਾਂ ਅਸੀਂ ਆਪਾਂ ਕਹਿੰਦੇ ਵੀ ਵੱਟ ਬੰਨੀ ਕਿਤੇ ਵੀ ਜਾਂਦੇ, ਉਹ ਉਹਨਾਂ ਦੇ ਨਾਲ ਜਾਂਦਾ। ਸੋ ਇਸ ਤਰ੍ਹਾਂ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਮੋਤੀ ਵਿੱਚ ਗੁਣ ਸਨ। ਅੱਗੇ ਪ੍ਰਸ਼ਨ ਨੰਬਰ ਹਾਹਾ, ਲੜਕੇ ਨੂੰ ਮੇਮ ਵੱਲੋਂ ਕਿਹੜੀਆਂ ਚੀਜ਼ਾਂ ਦੇ ਗੱਫੇ ਮਿਲਦੇ ਸਨ ਤੇ ਕਿਉਂ? ਹੁਣ ਇਹ ਜਿਹੜੀ ਇੱਕ ਮੇਮ ਸਾਹਿਬ ਸੀ ਨਾ, ਉਹ ਚਾਹੁੰਦੀ ਸੀ ਕਿ ਕਿਉਂ ਨਾ ਮੈਂ ਲੇਖਕ ਤੋਂ ਇਹ ਪਿਆਰਾ ਜਿਹਾ ਡੋਗੀ ਲੈ ਲਾਂ, ਇਹਦੇ ਬਦਲੇ ਵੀ ਇਹ ਚਲੋ ਮੈਂ ਜਦੋਂ ਲੇਖਕ ਉਹਦੇ ਘਰ ਜਾਂਦਾ ਤੇ ਉਹ ਜਿਹੜੀ ਮੇਮ ਸਾਹਿਬ ਹੁੰਦੀ ਸੀ ਨਾ, ਉਹਨੂੰ ਖਾਣ ਨੂੰ ਬਹੁਤ ਸਾਰੀਆਂ ਚੀਜ਼ਾਂ ਦਿੰਦੀ ਹੈ। ਜਿਵੇਂ ਲੜਕੇ ਨੂੰ ਮੇਮ ਵੱਲੋਂ ਦੁੱਧ, ਆਂਡੇ, ਕੇਕ, ਬਿਸਕੁਟ ਤੇ ਚਾਕਲੇਟ, ਸੈਂਡਵਿਚਾਂ ਦੇ ਗੱਫੇ ਮਿਲਦੇ ਸਨ, ਕਿਉਂਕਿ ਉਹ ਉਸ ਕੋਲੋਂ ਮੋਤੀ ਨੂੰ ਲੈਣਾ ਚਾਹੁੰਦੀ ਸੀ। ਹੁਣ ਜਿਹੜੀ ਮੇਮ ਸੀ ਨਾ, ਕਦੇ ਲੇਖਕ ਨੂੰ ਬੇਟਾ ਉਹ ਦੁੱਧ ਦਿਆ ਕਰੇ, ਕਦੇ ਆਂਡੇ ਖਾਣ ਨੂੰ ਦਿਆ ਕਰੇ, ਕਦੇ ਕਦੇ ਕੇਕ ਦੇ ਦਿਆ ਕਰੇ, ਕਦੇ ਬਿਸਕੁਟ, ਚਾਕਲੇਟ, ਸੈਂਡਵਿਚ, ਇੰਨੀਆਂ ਚੀਜ਼ਾਂ ਉਹਨੂੰ ਮਿਲਦੀਆਂ। ਉਹਨੂੰ ਇਹ ਸੀ ਕਿ ਮੈਂ ਬੱਚੇ ਨੂੰ ਵੜਿਆ ਕੇ ਤੋਂ ਇਹ ਜਿਹੜਾ ਪਿਆਰਾ ਜਿਹਾ ਡੋਗੀ ਆ ਮੈਂ ਲੈ ਲਊਂਗੀ। ਇਸ ਕਰਕੇ ਜਿਹੜੀ ਮੇਮ ਸਾਹਿਬ ਸੀ, ਉਹ ਜਿਹੜਾ ਲੇਖਕ ਆ ਉਹਨੂੰ ਇੰਨੀਆਂ ਚੀਜ਼ਾਂ ਖਾਣ ਨੂੰ ਦਿੰਦੀ। ਪ੍ਰਸ਼ਨ ਨੰਬਰ ਕੱਕਾ, ਮੇਮ ਦੀਆਂ ਕਿਆਰੀਆਂ ਵਿੱਚ ਕਿਹੜੇ ਕਿਹੜੇ ਫੁੱਲ ਖਿੜੇ ਹੋਏ ਸਨ? ਮੇਮ ਦੀਆਂ ਕਿਆਰੀਆਂ ਵਿੱਚ ਗੁਲਾਬ ਤੇ ਟਿਊਲਿਪ ਦੇ ਫੁੱਲ ਖਿੜੇ ਹੋਏ ਸਨ। ਟਿਊਲਿਪ, ਗੁਲਾਬ ਅਤੇ ਟਿਊਲਿਪ ਦੇ ਫੁੱਲ ਖਿੜੇ ਹੋਏ ਸਨ। ਜਦੋਂ ਇਹ ਛੋਟਾ ਜਿਹਾ ਡੋਗੀ ਉੱਥੇ ਮੋਤੀ ਖੇਡਦਾ ਫਿਰਦਾ ਨਾ, ਉਹ ਕਿਆਰੀਆਂ ਦੇ ਵਿੱਚ ਦੀ ਉਛਲ ਕੁਦਲ ਕਰਦਾ, ਤੇ ਉੱਥੇ ਇਹ ਫੁੱਲਾਂ ਦਾ ਜ਼ਿਕਰ ਆਇਆ ਬੇਟਾ, ਜੋ ਪ੍ਰਸ਼ਨ 'ਚ ਦੱਸੇ ਗਏ ਨੇ, ਗੁਲਾਬ ਅਤੇ ਟਿਊਲਿਪ ਦੇ ਫੁੱਲ ਖਿੜੇ ਹੋਏ ਸਨ। ਦੱਸੋ ਮੋਤੀ ਸੁਭਾਅ ਦਾ ਕਿਹੋ ਜਿਹਾ ਸੀ? ਹੁਣ ਜਿਵੇਂ ਆਪਾਂ ਉੱਪਰ ਗੱਲ ਕਰਕੇ ਹਟੇ ਹਾਂ, ਬੜਾ ਮਿਲਣਸਾਰ ਸੀ ਸੁਭਾਅ ਦਾ। ਮੋਤੀ ਪਿਸਤੀ ਨਸਲ ਦਾ ਬਹੁਤ ਸਿਆਣਾ ਕੁੱਤਾ ਸੀ। ਹੁਣ ਨਸਲ ਕਿਹੜੀ ਹੈ ਉਹਦੀ? ਮੋਤੀ ਪਿਸਤੀ ਨਸਲ ਦਾ ਬਹੁਤ ਸਿਆਣਾ ਕੁੱਤਾ ਸੀ। ਉਹ ਵਫਾਦਾਰ, ਘਰ ਦਾ ਰਖਵਾਲਾ ਤੇ ਲੜਕੇ ਦਾ ਦੋਸਤ ਸੀ। ਲੜਕਾ ਕਹਿਣ ਤੋਂ ਭਾਵ ਲੇਖਕ ਦਾ ਦੋਸਤ ਸੀ। ਇੱਕ ਵਾਰ ਉਸਨੇ ਲੜਕੇ ਦੇ ਪਿਤਾ ਦੀ ਜਾਨ ਸੱਪ ਕੋਲੋਂ ਬਚਾਈ ਸੀ। ਸੋ ਇਹ ਜਿਹੜੇ ਤੁਸੀਂ ਦੇਖ ਸਕਦੇ ਹੋ, ਇਹ ਛੋਟਾ ਜਿਹਾ ਜਿਹੜਾ ਡੋਗੀ ਆ, ਮੋਤੀ ਆ, ਉਹਦੇ ਗੁਣ ਹਨ। ਅੱਗੇ ਬੇਟਾ ਔਖੇ ਸ਼ਬਦਾਂ ਦੇ ਅਰਥ ਨੇ, ਜਿਵੇਂ ਇਹਦੇ ਵਿੱਚ ਦਿੱਤਾ ਹੋਇਆ ਹੈ ਕਾਊਚ, ਸੋਫਾ, ਬੂਥੀ, ਮੂੰਹ, ਚਿਹਰਾ ਜਿਹਨੂੰ ਬੋਲਦੇ ਆ,
ਅਰਜ਼ੋਈ ਹੁੰਦੀ ਹੈ ਬੇਟਾ ਬੇਨਤੀ। ਤਰਬਕੇ ਹੁੰਦਾ ਡਰ ਕੇ ਘਬਰਾ ਕੇ। ਵਾਕਫ ਹੁੰਦਾ ਜਾਣਕਾਰ। ਮਨਜ਼ੂਰ ਹੁੰਦਾ ਪ੍ਰਵਾਨ ਕਰਨਾ ਮੰਨਣਾ। ਅਫਸੋਸਿਆ ਤੋਂ ਭਾਵ ਹੁੰਦਾ ਬੇਟਾ ਚਿੰਤਾਤਰ ਜਾਂ ਪਛਤਾਵਾ ਲੱਗਿਆ ਹੋਵੇ ਜਿਹਨੂੰ। ਆਪਣੇ ਵੰਡੇ ਦਾ ਆਪਣੇ ਹਿੱਸੇ ਦਾ। ਕਰੁੰਡਲੀਆ ਇਕੱਠੇ ਹੋ ਕੇ ਬਹਿਣਾ। ਰੂਲ ਹੁੰਦਾ ਡੰਡਾ। ਬਾਕੀ ਬੇਟਾ ਵਿਆਕਰਨ ਦੇ ਜਿਹੜੇ ਇਹਦੇ ਵਿੱਚ ਤੁਹਾਨੂੰ ਆਹ ਪਾਠ ਦਿੱਤਾ ਹੋਇਆ, ਕਿਸ ਨੇ ਕਿਸ ਨੂੰ ਕਹੇ। ਤੁਸੀਂ ਫੇਰ ਪੁਰਾਣੀਆਂ ਬਿਮਾਰੀਆਂ ਖਰੀਦਣ ਲੱਗ ਪਏ ਹੋ ਨਾ ਜੀ। ਇਹ ਸ਼ਬਦ ਕਹਿੰਦੀ ਤੁਸੀਂ ਫੇਰ ਪੁਰਾਣੀਆਂ ਬਿਮਾਰੀਆਂ ਖਰੀਦਣ ਲੱਗ ਪਏ ਹੋ ਨਾ ਜੀ। ਕਿਸ ਨੇ ਕਿਸ ਨੂੰ ਕਹੇ। ਲੜਕੇ ਦੀ ਮਾਤਾ ਨੇ ਲੜਕੇ ਦੇ ਪਿਤਾ ਨੂੰ ਕਹੇ। ਲੇਖਕ ਦੀ ਮਾਂ ਨੇ ਲੇਖਕ ਦੇ ਪਿਤਾ ਨੂੰ ਕਹੇ। ਇਹ ਕੁੱਤਾ ਮੇਰਾ ਹੀ ਹੈ। ਲੜਕੇ ਨੇ ਮਾਸਟਰ ਜੀ ਨੂੰ ਕਹੇ। ਜਦੋਂ ਮਾਸਟਰ ਪੁੱਛਿਆ ਕਿਹਦਾ ਉਹ ਇਹ ਕੁੱਤਾ, ਕਹਿੰਦਾ ਜੀ ਮੇਰਾ ਹੈ। ਜਦੋਂ ਫਿਰ ਉਹਨੂੰ ਸ਼ਿਵਿਆਂ ਦਾ ਪ੍ਰਸਾਦ ਮਿਲਿਆ। ਅੱਗੇ ਹੈਗਾ ਬੇਟਾ ਵਿਆਕਰਨ ਭਾਗ। ਵਿਆਕਰਨ ਅਨੁਸਾਰ ਪ੍ਰਯੋਗ ਪੱਖੋਂ ਸ਼ਬਦ 8 ਪ੍ਰਕਾਰ ਦੇ ਹੁੰਦੇ ਹਨ। ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ ਅਤੇ ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ। ਨਾਮ ਕੀ ਹੈ? ਜਿਸ ਸ਼ਬਦ ਰਾਹੀਂ ਕਿਸੇ ਵਸਤੂ, ਵਿਅਕਤੀ, ਥਾਂ ਭਾਵ ਆਦਿ ਦਾ ਬੋਧ ਹੋਵੇ ਉਸ ਨੂੰ ਨਾਮ ਕਿਹਾ ਜਾਂਦਾ ਹੈ। ਜਿਵੇਂ ਮੋਤੀ, ਮਿੱਤਰ, ਕੰਨ, ਪ੍ਰਸ਼ੋਤਮ, ਅਫਸੋਸ, ਪੰਜਾਬੀ ਆਦਿ। ਨਾਮ ਦੀਆਂ 5 ਕਿਸਮਾਂ ਹੁੰਦੀਆਂ ਹਨ। ਆਮ ਨਾਮ ਜਾਂ ਜਾਤੀਵਾਚਕ ਨਾਮ। ਕੁੱਤਾ, ਦੋਸਤ, ਸੰਗੀ, ਹੱਥ, ਕੌਡੀ, ਖਿਡੌਣਾ। ਇਹ ਆਮ ਨਾਮ ਨੇ ਜਿਹੜੇ ਪਾਠ ਦੇ ਵਿੱਚ ਆਏ ਨੇ। ਖਾਸ ਨਾਮ ਕਿਹੜੇ ਹਨ? ਬੰਗਾਲੀ ਮੋਤੀ, ਜਿਹੜਾ ਸਿੱਪੀ ਵਾਲਾ ਮੋਤੀ ਹੁੰਦਾ। ਹਿੰਦੀ, ਜਿਵੇਂ ਅਸੀਂ ਕਹਿੰਦੇ ਵੀ ਸਾਡੀ ਰਾਸ਼ਟਰੀ ਭਾਸ਼ਾ ਹਿੰਦੀ। ਹੁਗਲੀ, ਇਹ ਇਲਾਕਾ ਲੈ ਲਓ। ਅਸਾਮ, ਕਲਕੱਤਾ ਤੇ ਸੁਜਾਨ ਸਿੰਘ, ਇਹ ਬੇਟਾ ਖਾਸ ਨਾਮ ਨੇ। ਸੋ ਇਹ ਸੀ ਬੇਟਾ ਮੋਤੀ ਪਾਠ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਉਮੀਦ ਕਰਦੇ ਹਾਂ ਤੁਸੀਂ ਇਹ ਜਿਹੜੇ ਪ੍ਰਸ਼ਨ ਉੱਤਰ ਨੇ ਇਹਨਾਂ ਦਾ ਭਰਪੂਰ ਆਨੰਦ ਲਓਗੇ ਤੇ ਭਵਿੱਖ ਵਿੱਚ ਇਸ ਤੋਂ ਪੜ੍ਹ ਕੇ ਆਪਣੇ ਜਿਹੜੇ ਪੇਪਰ ਨੇ ਉਹਨਾਂ ਨੂੰ ਵਧੀਆ ਕਰੋਗੇ। ਸੋ ਥੈਂਕ ਯੂ ਬੇਟਾ। ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ।